ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕੈਪਟਨ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਮਿਲਿਆ ਹੈਡ ਗ੍ਰੇਨੇਡ, ਪੁਲਿਸ ਨੂੰ ਪਈਆਂ ਭਾਜੜਾਂ। 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ, ਕਿਹਾ ਮੁੱਖ ਚੋਣ ਅਧਿਕਾਰੀ ਨੇ। ਨਵਜੋਤ ਸਿੰਘ ਸਿੱਧੂ ਨੂੰ ਆਪ ਦੀ ਨਸੀਹਤ, ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰਨਾ ਬੰਦ ਕਰੋ। ਪਤੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਤੇ ਕਣਕ ਘੁਟਾਲੇ ਤੇ ਬਿਕਰਮ ਮਜੀਠੀਆ ਨੇ ਘੇਰਿਆ ਮਦਨ ਲਾਲ ਜਲਾਲਪੁਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਪੰਜਾਬ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਅੰਮ੍ਰਿਤਸਰ ਵਿੱਚ ਆਜ਼ਾਦੀ ਦਿਵਸ ਦੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਰਣਜੀਤ ਐਵਨਿਊ ਇਲਾਕੇ ਵਿੱਚੋਂ ਇੱਕ ਗ੍ਰੇਨੇਡ ਮਿਲਿਆ ਹੈ। ਪੁਲਿਸ ਨੇ ਬੰਬ ਨਕਾਰਾ ਕਰਨ ਵਾਲੇ ਦਸਤੇ ਦੀ ਮਦਦ ਨਾਲ ਬੰਬ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਪੂਰੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਗ੍ਰੇਨੇਡ ਮਿਲਣ ਤੋਂ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 15 ਅਗਸਤ ਨੂੰ ਅੰਮ੍ਰਿਤਸਰ ਵਿੱਚ ਕੌਮੀ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਹੈ। ਇਸ ਕਾਰਨ ਪੁਲਿਸ ਵੱਲੋਂ ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ। ਇਸ ਦੌਰਾਨ ਇੱਕ ਘਰ ਦੇ ਬਾਹਰ ਸਫਾਈ ਕਰਦੇ ਸਮੇਂ ਬੰਬ ਵਰਗੀ ਕੋਈ ਚੀਜ਼ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਹ ਐਕਚੁਅਲੀ ਸਵੇਰੇ 8:45 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਫਾਈ ਸੇਵਕ ਇੱਥੇ ਸਫਾਈ ਕਰ ਰਿਹਾ ਸੀ, ਉਸਨੇ ਦੇਖਿਆ ਸੀਗਾ। ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਇੱਥੇ ਮੌਕੇ ਤੇ ਪਹੁੰਚੇ ਹਾਂ। ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਵੀ ਇੱਥੇ ਆ ਗਈ ਹੈ। ਹੁਣ ਇਹਨੂੰ ਅਸੀਂ ਜਲਦੀ ਇੱਥੋਂ ਜਿਹੜਾ ਚੱਕ ਕੇ ਬਾਹਰ ਜਿਹੜੀ ਖਾਲੀ ਜਗ੍ਹਾ ਲਿਜਾ ਕੇ ਉੱਥੇ ਅਸੀਂ ਇਹਨੂੰ ਚੈੱਕ ਕਰਾਂਗੇ। ਇਹ ਸਾਡੇ ਜਿਹੜੀ ਬੰਬ ਡਿਸਪੋਜ਼ਲ ਟੀਮ ਹੈ ਉਸ ਤੋਂ ਬਾਅਦ ਹੀ ਇਹਦੇ ਵਿੱਚ ਦੱਸਣ ਦੇ ਵਿੱਚ ਕੋਈ ਸਮਰਥ ਹੋਊਗੀ ਵੀ ਇਹ ਕੀ ਚੀਜ਼ ਹੈ, ਓਰੀਜਨਲ ਹੈ, ਡੁਪਲੀਕੇਟ ਹੈ ਜਾਂ ਕਿਸੇ ਨੇ ਸ਼ੋਅ ਲਈ ਰੱਖਿਆ ਹੋਇਆ, ਕਿਉਂਕਿ ਇੱਥੇ ਮਿਲਟਰੀ ਆਫੀਸਰ ਵੀ ਕਾਫੀ ਰਹਿੰਦੇ ਨੇ। ਅਸੀਂ ਇਹ ਸਾਰਾ ਚੈੱਕ ਕਰਕੇ ਤੁਹਾਨੂੰ ਬਾਅਦ ਦੱਸਾਂਗੇ। ਕਿਹੜਾ ਇਲਾਕਾ ਹੈ ਇਹ ਰਣਜੀਤ ਐਵਨਿਊ ਸਰ? ਜਿਸ ਤਰ੍ਹਾਂ ਲੱਗ ਰਿਹਾ ਕਿ ਕੈਪਟਨ ਸਾਹਿਬ ਆ ਰਹੇ ਝੰਡਾ ਚੜਾਉਣ ਦੇ ਸਾਹਿਬ ਆਪਣਾ ਤੇ ਅਸੀਂ ਸਾਰੀਆਂ ਚੀਜ਼ਾਂ ਅਜੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਪਤਾ ਲੱਗੇਗਾ ਵੀ ਇਹ ਕੀ ਚੀਜ਼ ਹੈ। ਉਸ ਤੋਂ ਬਾਅਦ ਹੀ ਸਾਰੀ ਗੱਲ ਟਿਫਨ ਮਿਲਿਆ, ਇਸ ਤਰ੍ਹਾਂ ਦਹਿਸ਼ਤ ਪਾਉਣ ਦਾ ਮਾਹੌਲ ਨਹੀਂ ਪੈਦਾ ਕੀਤਾ ਜਾ ਰਿਹਾ ਹੋਏਗਾ ਤਾਂ ਜ਼ਰੂਰ ਇਹਨਾਂ ਬੰਦਿਆਂ ਨੂੰ ਅਸੀਂ ਫੜਾਂਗੇ। ਪੁਲਿਸ ਹਰ ਚੱਪੇ ਚੱਪੇ ਤੇ ਲੱਗੀ ਹੈ, ਅਸੀਂ ਬਿਲਕੁਲ ਅਲਰਟ ਹਾਂ, ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਣ ਦਿੰਦੇ। ਸੋ ਅਸੀਂ ਪਬਲਿਕ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਕਿਸੇ ਸ਼ੱਕੀ ਚੀਜ਼ ਨੂੰ ਹੱਥ ਨਾ ਲਗਾਓ। ਜਿਸ ਤਰ੍ਹਾਂ ਸਵੇਰੇ ਅੱਜ ਇਸ ਲੜਕੇ ਨੇ ਇਹਨੂੰ ਹੱਥ ਨਾ ਲਗਾ ਕੇ ਸਾਨੂੰ ਇਨਫੋਰਮ ਕੀਤਾ, ਬਾਕੀਆਂ ਨੂੰ ਵੀ ਅਸੀਂ ਇਹੋ ਰਿਕੁਐਸਟ ਕਰਾਂਗੇ। ਸਰ ਗ੍ਰੇਨੇਡ ਹੈ ਆਪਣਾ ਪਿੰਨਾ ਨਿਕਲਿਆ? ਅਜੇ ਵੈਰੀਫਾਈ ਕਰ ਰਹੇ ਹਾਂ ਅਸੀਂ, ਅਜੇ ਸਾਡੀ ਐਕਸਪਰਟ ਟੀਮ ਅੱਧੇ ਘੰਟੇ ਬਾਅਦ ਤੁਹਾਨੂੰ ਦੱਸੇਗੀ। ਨਹੀਂ ਸਰ ਪਿੰਨਾ ਨਿਕਲੀਆਂ ਇਹਦੇ ਵਿੱਚੋਂ ਤਾਂ ਨਹੀਂ, ਇਹ ਐਕਸਪਰਟ ਹੀ ਦੱਸ ਸਕਦੇ, ਬਾਅਦ ਚ ਅੱਧੇ ਘੰਟੇ ਤੱਕ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ 2022 ਦੀ ਪਹਿਲੀ ਤਿਮਾਹੀ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ 1 ਜਨਵਰੀ 2022 ਤੱਕ 18 ਸਾਲ ਦੀ ਉਮਰ ਦੇ ਹੋਣ ਵਾਲੇ ਵੋਟਰਾਂ ਨੂੰ ਸੂਚੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਕਰ ਦਿੱਤੀ ਗਈ ਹੈ। 18 ਸਾਲ ਦੇ ਹੋਣ ਵਾਲੇ ਹਰ ਵਿਅਕਤੀ ਨੂੰ ਵੋਟਰ ਬਣਾਉਣਾ ਪਹਿਲੀ ਪ੍ਰਾਥਮਿਕਤਾ ਹੈ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਰਾਂ ਦੀ ਗਿਣਤੀ 2 ਕਰੋੜ ਤੋਂ ਵੱਧ ਹੋਵੇਗੀ। ਪਹਿਲਾਂ ਤਾਂ ਡਰ ਮੁਕਤ ਚੋਣਾਂ ਕਰਵਾਉਣਾ ਚੁਣੌਤੀ ਹੁੰਦੀ ਸੀ, ਪਰ ਹੁਣ ਕਰੋਨਾ ਦੇ ਚਲਦੇ ਬਿਮਾਰੀ ਤੋਂ ਸੁਰੱਖਿਅਤ ਚੋਣਾਂ ਕਰਵਾਉਣਾ ਵੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਦਾ ਨਾਮ ਲਿਸਟ ਵਿੱਚੋਂ ਹਟਾਉਣ ਜਾਂ ਕਟਵਾਉਣ ਦਾ ਵੱਡਾ ਮੁੱਦਾ ਰਹਿੰਦਾ ਹੈ। ਕਿਸੇ ਵੀ ਵੋਟਰ ਦੇ ਇਤਰਾਜ਼ ਨੂੰ ਵੇਖਣ ਲਈ ਖੁਦ ਡਿਪਟੀ ਕਮਿਸ਼ਨਰ ਕੰਮ ਕਰਨਗੇ। ਵੋਟਾਂ ਦੀ ਸੁਧਾਈ ਲਈ ਤਰੀਕਾਂ ਜਾਰੀ ਕੀਤੀਆਂ ਜਾਣਗੀਆਂ। और उस तो बाद विमेन वोटर्स विद डिजेबिलिटीज़, पर्सनस विद डिजेबिलिटीज़ बोलते हैं, दिव्यांग वोटर्स, NRI वोटर्स और साथ ही साथ ट्रांसजेंडर वोटर्स हैं। साडे स्टेट दे विच काफ़ी सारे ट्रांसजेंडर्स भी होंगे। उसनूं भी उस ट्रांसजेंडर्स ने भी असी इलैक्टर रोल्स दे विच 100% शामिल करन लई असी बहुत वड्डा मुहिम असी शुरू किया है। और नाल ही नाल जो काम करने के लिए लोग माइग्रेशन के लिए माइग्रेशन होता है ना, साढ़े स्टेट दे विच इंडस्ट्री लेबर है या और कोई कहीं खेतीबाड़ी दे विच लेबर काम कर रहे हैं, उसनों भी असी किस तरीका अपना इलैक्टोरल रोल्स दे विच शामिल करें। ये सारियां एक बहुत वड्डी पद्धर ते बहुत ही विस्तार तरीके नाल इस स्पैशल समरी रिविजन का इलैक्शन कमीशन ने कार्यक्रम जारी कर दिता है। इस इलैक्शन अपना स्पैशल समरी रिविजन का पूरा ब्यौरा लोगों के नाल शेयर करने लई और तो मीडिया की राही ये सारी जानकारी पहुँचना है। ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਡਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਕਾਂਗਰਸ ਦੇ 2017 ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਤੁਰੰਤ ਪੂਰੇ ਕਰਨ ਦੀ ਮੰਗ ਕੀਤੀ ਹੈ। ਚਿੱਠੀ ਦੇ ਨਾਲ ਹੀ 2017 ਮੌਕੇ ਕਾਂਗਰਸ ਦਾ 129 ਪੰਨਿਆਂ ਦਾ ਚੋਣ ਮੈਨੀਫੈਸਟੋ ਵੀ ਨੱਥੀ ਕੀਤਾ ਅਤੇ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਆਪਣੀ ਅਧਿਕਾਰਿਤ ਵੈਬਸਾਈਟ ਤੋਂ ਹਟਾ ਦਿੱਤਾ ਹੈ। ਆਪ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦੇ ਨਾਲ ਨਸੀਹਤਾਂ ਵੀ ਦਿੱਤੀਆਂ ਹਨ। ਪਾਰਟੀ ਦਫ਼ਤਰ ਵਿੱਚ ਆਪ ਵਿਧਾਇਕ ਜੈ ਸਿੰਘ ਰੋੜੀ ਅਤੇ ਬੁਲਾਰੇ ਨੀਲ ਗਰਗ ਦੀ ਮੌਜੂਦਗੀ ਵਿੱਚ ਰਾਘਵ ਚੱਡਾ ਨੇ ਨਵਜੋਤ ਸਿੱਧੂ ਨੂੰ ਮੁਖਾਤਿਬ ਹੁੰਦਿਆਂ ਕਿਹਾ, ਕੁਰਸੀ ਅਤੇ ਸੱਤਾ ਲਈ ਲੜੀ ਲੰਬੀ ਲੜਾਈ ਤੋਂ ਬਾਅਦ ਮਿਲੀ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਨੂੰ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਚਾਹੀਦੀ ਸੀ ਜੋ ਤੁਹਾਨੂੰ ਮਿਲ ਗਈ।
ਲਈ ਹਾਈ ਕਮਾਨ ਦਾ ਸਾਥ ਤੁਹਾਡੇ ਨਾਲ ਹੈ। ਕਾਂਗਰਸ ਦੇ ਸਾਰੇ ਵਿਧਾਇਕਾਂ ਦਾ ਸਮਰਥਨ ਤੁਹਾਡੇ ਨਾਲ ਹੈ। मैं इस मौके पे सिद्धू साहब को एक चिट्ठी के माध्यम से एक पत्र लिख रहा हूं, एक लेटर लिख रहा हूं और इस लेटर में उन्हें याद करा रहा हूं कि सिद्धू साहब 2017 के चुनाव में कांग्रेस ने ये 129 पेज का मैनिफेस्टो जारी किया था। 129 pages long manifesto was released by the Congress party और इस मैनिफेस्टो में जितने भी वादे किए गए थे, प्रोमिसेस किए गए थे, ये सारे प्रोमिसेस पंजाब के घर घर तक, पंजाब के एक एक परिवार तक पहुंचाने की रिस्पॉन्सिबिलिटी और जिम्मेदारी कांग्रेस ने अपने सबसे बढ़िया बुलारा, बढ़िया स्पीकर, फायरी स्टार कैंपेनर नवजोत सिंह सिद्धू को दी कि नवजोत सिंह सिद्धू साहब, आप कांग्रेस हाई कमांड के, कांग्रेस पार्टी के ये सारे मैनिफेस्टो के प्रोमिसेस को घर घर पहुंचाओगे। सिद्धू साहब ने बखूबी अपना काम निभाया, घर घर ये सारे वादे पहुंचाए, लेकिन बीते 4.5 साल में इन प्रोमिसेस में से एक भी वादा पूरा नहीं हुआ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੰਬਾ ਖੁਰਦ ਵਿਖੇ ਬੀਤੀ ਰਾਤ ਘਰ ਵਿੱਚ ਰਹਿੰਦੇ ਪਤੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੋਇੰਦਵਾਲ ਸਾਹਿਬ ਅਤੇ ਥਾਣਾ ਚੋਲਾ ਸਾਹਿਬ ਦੀ ਪੁਲਿਸ ਪਾਰਟੀ ਮੌਕੇ ਤੇ ਪੁੱਜ ਗਈ ਅਤੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਣ ਤੋਂ ਬਾਅਦ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਕਤਲ ਕੀਤੇ ਗਏ ਜੋੜੇ ਦੀ ਪਹਿਚਾਣ ਹਰਭਜਨ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਹਰਭਜਨ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਕੋਲ ਪਿੰਡ ਵਿੱਚ ਲਗਭਗ 3.5 ਏਕੜ ਜ਼ਮੀਨ ਹੈ। ਅਜੇ ਤੱਕ ਦੋਹਾਂ ਦੇ ਕਤਲ ਦੇ ਕਾਰਨਾਂ ਦਾ ਪਤਾ नहीं लग सकिया है। मेरी जानकारी मुताबिक मृतक जोड़े का बेटा ते नूंह दोवें विदेश मनीला विखे रहंदे हन अते बेटी विआही होई है। मृतक पति पत्नी दोवें इकल्ले ही अपने घर विच रहंदे सन। साडा चाचा ही जी ना चाची चाचे दा भाई सिंह ते परमजीत और चाची ये रात कल रात असां सवेरे पता लगा 8:30 बजे फोन आया भी खरे दूजा मरा भी ये सट्टां ला गया कोई लगदा जा के वेखिया ते इत्थे ते बहुत ज़्यादा साडा ते घर ही करता बर्बाद कोई करके गांह गया रखते रात का ही साडा बहुत ज़्यादा कल्ले हाँ जी रहिंदे सीगे ते मुंडा बाहर सीगा ते बेचारे दोवें जी रहिंदे सी ते रात कोई इन्हां दा बेचारियां दा घर साडा बर्बाद कर गया ते गाप की तुहानूं लगदा कोई लुटेरे नहीं घटना या कुछ जी पता नहीं लगदा लुटेरे आ के जां मतलब मार नहीं आया कोई इन्हां बेचारियां दा बहुत बुरा वड्ड टोक ज़्यादा करके ਰਿਹਾ ਕਰਤਾ ਹੋਏ ਰਹੇ ਵੀ ਦੂਜਾ ਮਤਲਬ ਵੀ ਉਹਨਾਂ ਨਾਲ ਕਰਦੇ ਰਹੇ ਵੀ ਨਾ ਮਾਰੋ ਖਾਇਆ ਤੇ ਮਾਰ ਟੁੱਕ ਕੇ ਤੇ ਗਾਂ ਗਿਆ। ਤੁਸੀਂ ਭਾਜੀ ਇੱਥੇ ਰਹਿੰਦੇ ਇਸੇ ਪਿੰਡ ਰਹਿੰਦੇ ਜੀ? ਨਹੀਂ ਅਸੀਂ ਭਾਈ ਵਹੀਂ ਪਈ ਰਹਿੰਦੇ ਆ। ਵਹੀਂ ਪਈ ਰਹਿੰਦੇ ਜੀ? ਹਾਂਜੀ। ਤੁਹਾਨੂੰ ਜਦ ਪਤਾ ਲੱਗਾ? ਸਾਨੂੰ ਸਵੇਰੇ ਬਾਹਰੋਂ ਆਇਆ ਫੋਨ ਵੀ ਪਤਾ ਨਹੀਂ ਦੂਜਾ ਮਾਰਾ ਮਤਲਬ ਇਹ ਵੀ ਕੋਈ ਦੂਜਾ ਮਾਰਾ ਕੋਈ ਕੱਢ ਟੁੱਕ ਗਿਆ ਵਾ ਮਤਲਬ ਤੇ ਅਸੀਂ ਕਿਹਾ ਵੀ ਵੱਜੇ ਆ ਉੱਥੋਂ ਘਰੋਂ ਤੇ ਮਤਲਬ ਆ ਕੇ ਵੇਖਿਆ ਤੇ ਇੱਥੇ ਤੇ ਜਿਹੜਾ ਮਾਰਾ ਜਾਨੋਂ ਮਾਰ ਕੇ ਤੇ ਚੱਬਾ ਖੁਰਦ ਪਿੰਡ 'ਚ ਇੱਕ ਡਬਲ ਮਰਡਰ ਹੋਇਆ। ਉਹਦੇ ਸੰਬੰਧ 'ਚ ਅਸੀਂ ਇੱਥੇ ਮੌਕੇ ਦੇ ਉੱਤੇ ਪਹੁੰਚੇ ਹਾਂ ਤੇ ਇੱਥੇ ਹਰਭਜਨ ਸਿੰਘ ਤੇ ਪਰਮਜੀਤ ਕੌਰ ਇਹ ਦੋਵੇਂ ਹਸਬੈਂਡ ਵਾਈਫ ਇੱਥੇ ਰਹਿੰਦੇ ਸੀਗੇ। ਇੱਕ ਬੇਟਾ ਇਹਨਾਂ ਦਾ ਬਾਹਰ ਹੈ ਤੇ ਲੜਕੀ ਜਿਹੜੀ ਆ ਉਹ ਇੱਥੇ ਮੈਰਿਡ ਆ ਬਾਬੇ ਬਟਾਲੇ ਤੇ ਬਲਜੀਤ ਕੌਰ ਆ ਜਿਹੜੀ ਇਹਨਾਂ ਦੀ ਬੇਟੀ ਆ ਉਹਦੀ ਸਟੇਟਮੈਂਟ ਤੇ ਅਸੀਂ ਜਿਹੜੀ FIR ਜਿਹੜੀ ਰਜਿਸਟਰ ਕਰਤੀ ਹੈ। ਜਦੋਂ ਅਸੀਂ ਮੌਕੇ ਤੇ ਆ ਕੇ ਸਵੇਰੇ ਦੇਖਿਆ ਤੇ ਇਹਨਾਂ ਦੇ ਕੁਝ ਅਨਨੋਨ ਬੰਦਿਆਂ ਨੇ ਜਾ ਕੇ ਇਹਨਾਂ ਦੀ ਬੋਡੀ ਦੇ ਉੱਤੇ ਸੱਟਾਂ ਮਾਰ ਕੇ ਤੇ ਇਹਨਾਂ ਦਾ ਜਿਹੜਾ ਮਰਡਰ ਕੀਤਾ ਤੇ ਅਸੀਂ ਆ ਜਿਹੜਾ ਆ 302 458 ਦੇ ਤਹਿਤ ਜਿਹੜਾ FIR ਰਜਿਸਟਰ ਕਰ ਰਹੇ। ਤੁਹਾਨੂੰ ਲੱਗਦਾ ਕੋਈ ਲੁੱਟ ਖੋਹ ਦਾ ਮਾਮਲਾ ਜਾਂ ਕੋਈ ਹੋਰ ਤਰ੍ਹਾਂ ਦੀ? ਦੇਖੋ ਐਜ਼ ਇਟ ਇਜ਼ ਅਸੀਂ ਮੌਕਾ ਤੇ ਸਾਰਾ ਦੇਖਿਆ ਤੇ ਪਿੰਡ ਵਾਲੇ ਨੇ ਵੀ ਦੇਖਿਆ ਸਾਰਾ ਮੌਕਾ ਤੇ ਕੋਈ ਚੀਜ਼ ਮਿਸਿੰਗ ਨਹੀਂ ਹੈਗੀ ਤੇ ਇਸ ਕਰਕੇ ਜਿਹੜਾ ਇਹ ਕੋਈ ਲੁੱਟ ਖੋਹ ਵਾਲਾ ਮੈਟਰ ਨਹੀਂ ਲੱਗ ਰਿਹਾ ਹਾਲ ਦੀ ਘੜੀ। ਪਰ ਸਰ ਕੀ ਫਿਰ ਜਿਸ ਤਰ੍ਹਾਂ ਕਿ ਲੁੱਟ ਖੋਹ ਦੀ ਵਾਰਦਾਤ ਦੀ ਕੀ ਕੋਈ ਪੁਰਾਣੀ ਰੰਜਿਸ਼ ਵੀ ਹੋ ਸਕਦੀ ਕਿਸੇ ਨਾਲ? ਦੇਖੋ ਇਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹਦੇ ਬਾਅਦ ਜਦੋਂ ਲੇਟਰ ਔਨ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਇਸ ਚੀਜ਼ ਦਾ ਕੋਈ ਆਇਆ ਆਥੈਂਟਿਕ ਐਵੀਡੈਂਸ ਆਇਆ ਤੁਹਾਨੂੰ ਅਸੀਂ ਡਿਸਕਲੋਜ਼ ਕਰਾਂਗੇ। ਸਰ ਇਹ ਲਗਾਤਾਰ ਇਸ ਤਰ੍ਹਾਂ ਘਟਨਾਵਾਂ ਜਿਹੜੀ ਸਾਹਮਣੇ ਦੇਖਣ ਨੂੰ ਮਿਲਦੀਆਂ ਨੇ ਪਰ ਸਰ ਇਹ ਬਹੁਤ ਵੱਡਾ ਇੱਕ ਦੇਖਣ ਨੂੰ ਮਿਲਿਆ ਕਿ ਦੇਖੋ ਮੇਰੀ ਪੋਸਟਿੰਗ ਇੱਥੇ ਮਹੀਨਾ ਕੁ ਹੋਇਆ। ਉਸ ਤੋਂ ਪਹਿਲਾਂ ਇੱਥੇ 3 ਮਰਡਰ ਸੀਗੇ। ਜਿੱਦਣ ਮੈਂ ਆਇਆ ਸੀਗਾ ਇੱਕ ਛਾਪੜੀ ਸਾਹਿਬ ਮਰਡਰ ਹੋਇਆ ਸੀ ਉਹ ਵੀ ਟਰੇਸ ਹੋ ਗਿਆ ਸੀ। ਇੱਕ ਖਵਾਸਪੁਰ ਮਰਡਰ ਹੋਇਆ ਸੀਗਾ ਉਹ ਵੀ ਟਰੇਸ ਹੋ ਗਿਆ ਸੀ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਵੀ ਮਰਡਰ ਜਿਹੜਾ ਹਲੇ ਬਲਾਈਂਡ ਮਰਡਰ ਜਿਹੜਾ ਹੈ ਨਹੀਂ ਜਿਹੜਾ ਅਨਟਰੇਸ ਹੈ
ਇਹ ਮਰਡਰ ਜਿਹੜਾ ਹੈਗਾ ਇਹ ਠੀਕ ਹੈ, ਕਿਉਂਕਿ ਜਿੱਦਾਂ ਇਹ ਆਊਟਸਕਟ ਤੇ ਪੈਂਦਾ, ਪਿੰਡ ਦੇ ਬਾਹਰ ਪੈਂਦਾ ਹੈ, ਤਾਂ ਇਹ ਬੜਾ ਅਨਸੇਫ ਆ। ਅਸੀਂ ਸਾਰੇ ਐਂਗਲਾਂ ਤੋਂ ਜਾਂਚ ਕਰਦੇ ਪਏ ਹਾਂ, ਟੈਕਨੀਕਲੀ ਵੀ ਤੇ ਦੂਸਰੇ ਵੀ ਮੈਨੂਅਲੀ ਵੀ, ਤੇ ਛੇਤੀ ਇਹ ਕੇਸ ਟ੍ਰੇਸ ਵੀ ਹੋ ਜਾਏਗਾ। ਸਰ ਇਹ ਕਿਸਾਨ ਸੀ? ਹਾਂਜੀ ਕਿਸਾਨ ਨੇ ਸਰ? ਕਿਸਾਨ ਸੀ ਬਟ ਇਹਨੇ ਆਪਣੀ ਪੈਲੀ ਜਿਹੜੀ ਆ ਉਹ ਠੇਕੇ ਤੇ ਦਿੱਤੀ ਹੋਈ ਹੈ, ਤੇ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ। ਜਿੱਦਾਂ ਹੋਰ ਫੈਕਟਸ ਜਿਹੜੇ ਸਾਨੂੰ ਪਤਾ ਲੱਗੇ ਨੇ ਅਸੀਂ ਤੁਹਾਨੂੰ ਦੱਸਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਚੰਡੀਗੜ੍ਹ ਵਿਖੇ ਮੀਡੀਆ ਦੇ ਮੁਖਾਤਿਬ ਹੋਏ ਤੇ ਸੂਬੇ ਵਿੱਚ ਚੱਲ ਰਹੀ ਸ਼ਰਾਬ ਮਾਫੀਆ ਦੇ ਮੁੱਦੇ ਤੇ ਬੋਲਦਿਆਂ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੀਪੀਸੀਸੀ ਦਾ ਦਫ਼ਤਰ ਸ਼ਰਾਬ ਮਾਫੀਆ ਨੇ ਟੇਕ ਓਵਰ ਕੀਤਾ ਹੈ। ਇਸ ਦੌਰਾਨ ਮਜੀਠੀਆ ਨੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਕਣਕ ਘੁਟਾਲੇ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਤੇ ਕਿਹਾ ਮਦਨ ਲਾਲ ਜਲਾਲਪੁਰ ਦੇ ਭਾਂਜੇ ਜਸਦੇਵ ਸਿੰਘ ਨੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਇੱਕ ਫੂਡ ਸਪਲਾਈ ਇੰਸਪੈਕਟਰ ਨੂੰ ਸਿਰਫ 2 ਗੋਦਾਮ ਹੀ ਮਿਲਦੇ ਨੇ, ਪਰ ਜਸਦੇਵ ਸਿੰਘ ਨੂੰ 8 ਗੋਦਾਮ ਦਿੱਤੇ ਗਏ ਹਨ। ਇਹ ਜੋ ਘੁਟਾਲਾ ਹੋਇਆ ਹੈ ਸਭ ਮਿਲੀ ਭੁਗਤ ਨਾਲ ਹੋਇਆ ਹੈ। ਇੱਕ ਬੜੀ ਚਰਚਿਤ ਇੱਕ ਐਮਐਲਏ ਸਾਹਿਬ ਨੇ, ਜਿਨ੍ਹਾਂ ਨੂੰ ਹੁਣੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਨਵਜੋਤ ਸਿੰਘ ਸਿੱਧੂ, ਮੈਨੂੰ ਨਹੀਂ ਪਤਾ ਸੀਗਾ ਕਿ ਪ੍ਰਧਾਨਗੀ ਦੇ ਨਾਲ ਨਾਲ ਉਹਨਾਂ ਨੇ ਇੱਕ ਡਰਾਈ ਕਲੀਨਿੰਗ ਦੀ ਦੁਕਾਨ ਵੀ ਸ਼ੁਰੂ ਕੀਤੀ ਹੈ। ਕਿ ਪਹਿਲਾਂ ਜਿਹਦੇ ਖਿਲਾਫ ਅੰਜਾਮ ਬੜੇ ਸੀਰੀਅਸ ਐਲੀਗੇਸ਼ਨ ਲੱਗਦੇ ਸੀ ਆਫ ਮਾਈਨਿੰਗ, ਇਲੀਗਲ ਮਾਈਨਿੰਗ ਦੇ, ਔਰ ਅਖਬਾਰਾਂ ਨੇ, ਤੁਸੀਂ ਸਾਰਿਆਂ ਨੇ ਬੜੀਆਂ ਖਬਰਾਂ ਚਲਾਈਆਂ। ਫਿਰ ਨਾਲ ਹੀ ਉਹਨਾਂ ਤੇ ਇਲੀਗਲ ਸ਼ਰਾਬ ਦੇ, ਕਿਵੇਂ ਉਹਨਾਂ ਦਾ ਇੱਕ ਅਮਰੀਕ ਸਿੰਘ ਸਰਪੰਚ ਸੀ, ਉਹਦੀ ਵਾਈਫ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ, ਉੱਥੋਂ ਕਿੰਨੀ ਵੱਡੀ ਮਾਤਰਾ 'ਚ ਲਾਕਡਾਊਨ ਦੇ ਸਮੇਂ 'ਚ ਮਦਨ ਲਾਲ ਜਲਾਲਪੁਰਾ ਦੇ ਬਹੁਤ ਵੱਡੇ ਕਰਪਸ਼ਨ ਦੇ ਸਕੈਂਡਲ ਸਾਹਮਣੇ ਆਏ। ਔਰ ਉਸ ਵੇਲੇ ਵੀ ਉਸ ਵਕਤ ਦੇ ਜਿਹੜੇ ਐਸਐਸਪੀ ਸਾਹਿਬ ਸੀ ਮਨਦੀਪ ਸਿੰਘ ਜੀ ਸਿੱਧੂ ਸਾਹਿਬ, ਉਹਨਾਂ ਨੂੰ ਜਦੋਂ ਕਿਸੇ ਗੱਲ ਤੇ ਅਖੀਰ ਤੱਕ ਪਹੁੰਚਣ ਲੱਗਦੇ ਸੀ, ਉਸ ਤੋਂ ਪਹਿਲਾਂ ਉਹਨਾਂ ਨੂੰ ਟ੍ਰਾਂਸਫਰ ਕਰਤਾ ਗਿਆ। ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿਵੇਂ ਐਮਐਲਏ ਸਾਰੇ ਇਕੱਠੇ ਹੋ ਕੇ ਅਗੇਂਸਟ ਮਨਦੀਪ ਸਿੰਘ ਸਿੱਧੂ ਬੜਾ ਆਵਾਜ਼ ਉਠਾਈ ਸੀ। ਜਿਸ ਐਮਐਲਏ ਦੇ ਚਰਚੇ ਕੇਵਲ ਵਿਰੋਧੀ ਨਹੀਂ, ਮੈਂ ਸਮਝਦਾ ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਹਰ ਬੰਦੇ ਨੇ ਰੌਲਾ ਪਾਇਆ। ਔਰ ਕੁਝ ਦਿਨ ਪਹਿਲਾਂ ਤਾਂ ਆਹ ਫੋਟੋ ਵੀ ਆਈ ਸੀ, ਕਾਂਗਰਸ ਲੀਡਰਾਂ ਨੇ ਵੀ ਕਹਿਤਾ ਕਿ ਅਸੀਂ ਦੁਖੀ ਆ ਗਏ ਹਾਂ। ਔਰ ਉਹ ਕਹਿੰਦੇ ਆਈ ਹੈਵ ਨੈਵਰ ਟੋਲਰੇਟਡ ਇਲੀਗਲ ਮਾਈਨਿੰਗ ਐਂਡ ਲਿਕਰ ਟ੍ਰੇਡ। ਮਤਲਬ ਇਹ ਜਿਹੜਾ ਇਲੀਗਲ ਮਾਈਨਿੰਗ ਔਰ ਲਿਕਰ ਟ੍ਰੇਡ ਦੇ ਖਿਲਾਫ ਸਾਰੇ ਲੀਡਰਾਂ ਨੇ ਵੀ ਕਹਿਤਾ ਕਿ ਇਹ ਚਲਾਉਣ ਵਾਲਾ ਬੰਦਾ ਇੱਕ ਮਦਨ ਲਾਲ ਜਲਾਲਪੁਰੇ ਦਾ ਨਾਂ ਸਾਹਮਣੇ ਆਉਂਦਾ। ਔਰ ਮੈਂ ਉਹ ਫੋਟੋ ਵਿਖਾ ਦਿਆਂ, ਕਿਉਂਕਿ ਮੈਂ ਜਦ ਵੀ ਇਹ ਵੀਡੀਓ ਤੇ ਫੋਟੋ ਵੇਖਦਾ ਤੇ ਮੈਨੂੰ ਤਾਂ ਹਾਸਾ ਵੀ ਆਉਂਦਾ ਔਰ ਹੈਰਾਨਗੀ ਵੀ ਹੁੰਦੀ ਹੈ ਕਿ ਕਮਾਲ ਦੀ ਇਹ ਤਾਂ ਮੈਨੂੰ ਲੱਗਦਾ ਸਿੱਧੂ ਐਂਡ ਸਿੱਧੂ ਡਰਾਈ ਕਲੀਨਰਸ ਹੋ ਗਏ। ਐਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਹਨਾਂ ਦੇ ਕਬਜ਼ੇ ਵਿੱਚੋਂ 800 ਗ੍ਰਾਮ ਹੈਰੋਇਨ ਬਰਾਮਦ ਹੋਈ। ਪ੍ਰੈਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਾਣਾ ਮੰਡੀ ਸਲੇਮ ਟਾਬਰੀ ਲੁਧਿਆਣਾ ਵਿਖੇ ਸਪਲੀਮੈਂਟ ਦੇ ਨਾਂ ਤੇ ਦੁਕਾਨ ਚਲਾ ਰਹੇ ਜਗਜੀਤ ਸਿੰਘ ਅਤੇ ਹਰਮਿੰਦਰ ਸਿੰਘ, ਜੋ ਦੋਵੇਂ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਸਨ, ਕਥਿਤ ਦੋਸ਼ੀਆਂ ਕੋਲੋਂ 5 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 2 ਲੱਖ ਤੋਂ ਵੱਧ ਦੀ ਡਰੱਗ ਮਨੀ ਅਤੇ ਹੈਰੋਇਨ ਸਪਲਾਈ ਲਈ ਵਰਤੋਂ ਵਿੱਚ ਲਿਆਂਦੇ ਜਾ ਰਹੇ ਵਾਹਨ ਬਰਾਮਦ ਕੀਤੇ ਹਨ। ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਐਸਟੀਐਫ ਦੇ ਡੀਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਕਥਿਤ ਦੋਸ਼ੀ ਲੁਧਿਆਣਾ ਦੇ BRS ਨਗਰ ਵਿਖੇ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ। ਐਸਟੀਐਫ ਵੱਲੋਂ ਨਾਕੇਬੰਦੀ ਕਰਕੇ ਰਘੁਨਾਥ ਹਸਪਤਾਲ ਦੇ ਨੇੜਿਓਂ ਇਹਨਾਂ ਮੁਲਜ਼ਮਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਬੈਗ ਵਿੱਚੋਂ 800 ਗ੍ਰਾਮ ਹੈਰੋਇਨ ਅਤੇ ਇੱਕ ਕੰਡਾ ਬਰਾਮਦ ਹੋਇਆ ਹੈ। ਇਹਨਾਂ ਮੁਲਜ਼ਮਾਂ ਤੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਦੀ ਨਿਸ਼ਾਨਦੇਹੀ ਤੇ 4 ਕਿਲੋ 500 ਗ੍ਰਾਮ ਹੈਰੋਇਨ ਹੋਰ ਬਰਾਮਦ ਹੋਈ। ਕੁੱਲ ਮਿਲਾ ਕੇ 5 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 30 ਕਰੋੜ ਰੁਪਏ ਦੱਸੀ ਜਾਂਦੀ ਹੈ। ਸਾਡੇ ਐਸਟੀਐਫ ਦੇ ਇੰਸਪੈਕਟਰ ਹਰਬੰਸ ਸਿੰਘ ਤੇ ਇਹਨਾਂ ਦੀ ਟੀਮ ਜਿਹੜੀ ਹੈ ਇਹ AIG ਆਫਿਸ ਸਰਾਭਾ ਨਗਰ ਦੇ ਨਜ਼ਦੀਕ ਮੌਜੂਦ ਸੀਗੀ ਤੇ ਇਹਨਾਂ ਨੂੰ ਇਨਫੋਰਮੇਸ਼ਨ ਰਿਸੀਵ ਹੋਈ ਕਿ ਇੱਕ ਮਨਦੀਪ ਸਿੰਘ, ਜਿਹਨੂੰ ਪਿਸਤੌਲੀ ਵੀ ਕਿਹਾ ਜਾਂਦਾ ਹੈਗਾ, ਸਲੀਮ ਟਾਵਰੀ ਦਾ ਹੈਗਾ, ਤੇ ਇਹ ਕੁਝ ਡਰੱਗਸ ਜੋ ਹੈਗੀ ਹੈ ਉਹ ਆਪਣੇ ਐਸੋਸੀਏਟਸ, ਜਿਹਨੂੰ ਜਗਜੀਤ ਸਿੰਘ ਐਂਡ ਇਹਦੇ ਨਾਲ ਇੱਕ ਹਰਮਿੰਦਰ ਸਿੰਘ, ਇਹ ਦੋਵੇਂ ਜਣਿਆਂ ਨੂੰ ਦੇ ਕੇ ਅੱਗੇ ਸਪਲਾਈ ਦੇਣ ਵਾਸਤੇ ਮੋਟਰਸਾਈਕਲ ਤੇ ਕਿਸੇ ਤੇ ਭੇਜਿਆ ਹੈਗਾ। ਤੇ ਇਹ ਰਘੁਨਾਥ ਹਸਪੀਟਲ ਹੈਗਾ ਫਿਰੋਜ਼ਪੁਰ ਰੋਡ ਤੇ, ਉਹਦੇ ਨਜ਼ਦੀਕ ਇਹਨਾਂ ਨੇ ਪਹੁੰਚਣਾ ਹੈਗਾ। ਤੇ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਅਪਰੋਚ ਕੀਤੀ ਗਈ
ਉੱਥੇ ਰਘੁਨਾਥ ਮੰਦਰ ਹਸਪੀਟਲ ਦੇ ਕੋਲ ਪਹੁੰਚ ਕੇ ਇਹਨਾਂ ਨੇ ਇੱਕ ਮੋਟਰਸਾਈਕਲ ਐਪਰੀਹੈਂਡ ਕੀਤਾ। ਉਹਦੇ ਤੇ 2 ਲੜਕੇ ਜਿਹੜੇ ਕਿ ਨੌਜਵਾਨ ਹੀ ਹੈ ਉਹਨਾਂ ਨੂੰ ਕਾਬੂ ਕੀਤਾ ਤੇ ਕਾਬੂ ਕਰਨ ਸਮੇਂ ਇਹਨਾਂ ਨੇ ਮੈਨੂੰ ਕਾਲ ਕਰ ਦਿੱਤੀ ਸੀਗੀ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਜਦੋਂ ਇਹਨਾਂ ਨੇ ਸਰਚ ਕੀਤੀ ਹੈ ਐਜ਼ ਪਰ ਪ੍ਰੋਸੀਜਰ ਤੇ ਇਹਨਾਂ ਦੀ ਮੋਟਰਸਾਈਕਲ ਦੇ ਵਿੱਚੋਂ ਜੋ ਹੈਰੋਇਨ ਬਰਾਮਦ ਹੋਈ ਹੈ, ਜੋ ਉਸ ਵੇਲੇ ਵੇਟ ਕਰਨ ਦੇ ਵਿੱਚ 800 ਗ੍ਰਾਮ ਹੈਰੋਇਨ ਜਿਹੜੀ ਹੈ ਸਾਨੂੰ ਇਹਨਾਂ ਕੋਲ ਮੌਕੇ ਤੇ ਬਰਾਮਦ ਹੋਈ ਹੈ। ਐਂਡ ਫਰਦਰ ਇਹ ਹੈ ਕਿ ਉਸ ਵੇਲੇ ਜਗਜੀਤ ਸਿੰਘ ਨੇ ਥੋੜੀ ਔਰ ਸਖਤੀ ਨਾਲ ਇਹਦੇ ਕੋਲ ਪੁੱਛਗਿੱਛ ਕੀਤੀ ਗਈ ਕਿ ਇਹਦੇ ਕੋਲ ਔਰ ਜਿਹੜੀ ਹੈਰੋਇਨ ਹੈਗੀ ਆ ਹੋਣ ਦਾ ਸਾਨੂੰ ਸ਼ੱਕ ਹੈਗਾ ਤੇ ਇਹਨੇ ਅੱਗੇ ਫਿਰ ਦੱਸਿਆ ਫਰਦਰ ਇੰਟਰੋਗੇਸ਼ਨ ਦੇ ਵਿੱਚ ਉਸ ਵੇਲੇ ਮੌਕੇ ਤੇ ਕਿ ਇਹਦੇ ਘਰ ਦੇ ਬਾਹਰ ਜਿਹੜੀ ਬਲੈਰੋ ਕਾਰ ਇਹਦੀ ਹੈਗੀ ਆ, ਬਲੈਰੋ ਗੱਡੀ, ਉਹਦੇ ਵਿੱਚ ਵੀ ਹੈਰੋਇਨ ਇਹਨੇ ਰੱਖੀ ਹੋਈ ਹੈ। ਜੋ ਉਸ ਤੋਂ ਬਾਅਦ ਅਸੀਂ ਪ੍ਰੋਸੀਡ ਕੀਤਾ ਅੱਗੇ ਜਾ ਕੇ ਅਸੀਂ ਇਹਦੇ ਘਰ ਜਿਹੜੀ ਹੈਗੀ ਆ ਉੱਥੇ ਕਾਰਵਾਈ ਅਮਲ 'ਚ ਲਿਆਂਦੀ ਹੈਗੀ ਹੈ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਇਹਦੇ ਘਰ ਦੇ ਬਾਹਰ ਬਲੈਰੋ ਗੱਡੀ ਖੜੀ ਸੀਗੀ, ਬਲੈਰੋ ਗੱਡੀ ਨੂੰ ਖੋਲ ਕੇ ਚੈੱਕ ਕੀਤਾ ਗਿਆ। ਉਹਦੇ ਵਿੱਚੋਂ 4 ਕਿਲੋ ਤੇ 500 ਗ੍ਰਾਮ ਹੈਰੋਇਨ ਫਰਦਰ ਸਾਨੂੰ ਜਿਹੜੀ ਰਿਕਵਰੀ ਹੋਈ ਹੈ। ਐਂਡ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਘਰ ਦੀ ਸਰਚ ਕੀਤੀ ਹੈਗੀ ਹੈ। ਉਸ ਦੌਰਾਨ ਵੀ ਇਹਨਾਂ ਦੇ ਘਰ ਦੇ ਵਿੱਚੋਂ 2,10,000 ਰੁਪਏ ਦੀ ਡਰੱਗ ਮਨੀ ਜੋ ਇਹਨਾਂ ਨੇ ਅਫੀਮ ਦੇ ਨਸ਼ੇ ਦੇ ਵਿੱਚੋਂ ਤੇ ਜਿਹੜੀ ਹੈਰੋਇਨ ਦੇ ਨਸ਼ੇ ਦੇ ਵਿੱਚੋਂ ਜੋ ਕਲੈਕਟ ਕੀਤੀ ਸੀਗੀ ਉਹ ਸਾਨੂੰ ਉੱਥੇ ਬਰਾਮਦ ਹੋਈ ਹੈ। ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹਾਂਗਾ ਇਹ ਕਰੀਬ 5-6 ਸਾਲ ਤੋਂ ਇਹ ਜਿਹੜਾ ਹੈਗਾ ਹੈਰੋਇਨ ਦਾ ਧੰਦਾ ਕਰ ਰਹੇ ਹੈਗੇ ਲੋਕ ਤੇ ਕਾਫੀ ਵੱਡੇ ਸਮਗਲਰਸ ਜਿਹੜੇ ਹੈਗੇ ਉਹਨਾਂ ਨਾਲ ਸੰਬੰਧ ਹੈਗੇ ਆ ਜੋ ਇੰਨੀ ਮਾਤਰਾ ਵਿੱਚ ਇਹ ਹੈਰੋਇਨ ਨੂੰ ਰੱਖ ਕੇ ਤੇ ਅੱਗੇ ਬਹੁਤ ਵੱਡੀ ਸਪਲਾਈ ਚੇਨ ਜੋ ਇਹਨਾਂ ਦੀ ਬਣੀ ਹੋਈ ਹੈ ਉਹਦੇ ਤੱਕ ਇਹ ਸਪਲਾਈ ਕਰ ਰਹੇ ਸੀ। ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਾਰੇ ਸਕੂਲ ਖੋਲ੍ਹ ਦਿੱਤੇ ਗਏ ਸਨ, ਜਿਸ ਤੋਂ ਬਾਅਦ ਸਕੂਲਾਂ ਅੰਦਰ ਲਗਾਤਾਰ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਅੱਜ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆਂ 8 ਵਿਦਿਆਰਥਣਾਂ ਕੋਰੋਨਾ ਪੋਜ਼ਿਟਿਵ ਆਈਆਂ ਹਨ, ਜਿਸ ਤੋਂ ਬਾਅਦ ਸਕੂਲ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸਕੂਲ ਸਟਾਫ ਦੇ ਟੈਸਟ ਕੀਤੇ ਜਾ ਰਹੇ ਹਨ। ਉੱਥੇ ਹੀ ਕੋਰੋਨਾ ਪੋਜ਼ਿਟਿਵ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਪੋਜ਼ਿਟਿਵ ਆਉਣ ਵਾਲੀਆਂ ਵਿਦਿਆਰਥਣਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਬੱਚਿਆਂ ਨੂੰ ਘਰਾਂ ਵਿੱਚ ਇਕਾਂਤਵਾਸ ਹੋਣ ਲਈ ਕਿਹਾ ਗਿਆ ਹੈ। ਇਸ ਸੰਬੰਧੀ ਸਿਵਲ ਹਸਪਤਾਲ ਅਜਨਾਲਾ ਦੇ ਐਸਐਮਓ ਓਮ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆਂ 8 ਲੜਕੀਆਂ ਕੋਰੋਨਾ ਪੋਜ਼ਿਟਿਵ ਆਈਆਂ ਹਨ। ਉੱਥੇ ਹੀ ਦੂਜੇ ਪਾਸੇ ਕਪੂਰਥਲਾ ਦੇ ਸਰਕਾਰੀ ਸਕੂਲ ਲੜਕੀਆਂ ਦੀਆਂ 7ਵੀਂ ਜਮਾਤ ਦੀਆਂ 2 ਲੜਕੀਆਂ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ। ਇਹ ਜੀ +1 2 ਦੇ ਜਿਹੜੇ ਆ ਵਿਦਿਆਰਥੀ ਹਨ, 6 ਵਿਦਿਆਰਥੀ ਜਿਹੜੇ +1 ਦੇ ਨੇ ਤੇ 2 ਵਿਦਿਆਰਥੀ ਜਿਹੜੇ ਆ +2 ਦੇ ਨੇ ਜਿਨ੍ਹਾਂ ਦੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਆਈ। ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਦੇ ਨਾਲ ਟੈਲੀਫੋਨ ਦੇ ਉੱਤੇ ਗੱਲ ਕੀਤੀ ਗਈ ਤੇ ਉਹਨਾਂ ਨੇ ਸਕੂਲ 14 ਦਿਨ ਕੁਆਰੰਟਾਈਨ ਇਹਨਾਂ ਬੱਚਿਆਂ ਨੂੰ ਘਰ ਵਿੱਚ ਬਾਕੀ ਦੇ ਜਿਹੜੇ ਕਰ ਦਿੱਤਾ ਗਿਆ ਹੈ ਔਰ ਸਟਾਫ ਦੀ ਸੈਂਪਲਿੰਗ ਵਾਸਤੇ ਹਦਾਇਤ ਕੀਤੀ ਹੈ। ਸਟਾਫ ਦੀ ਸੈਂਪਲਿੰਗ ਵਾਸਤੇ ਇੱਥੇ ਸਾਰਾ ਸਟਾਫ ਜਿਹੜਾ ਹਾਜ਼ਰ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਆਡੀਟੋਰੀਅਮ ਹਾਲ ਵਿੱਚ ਚੌਥਾ ਸਾਲਾਨਾ ਕਨਵੋਕੇਸ਼ਨ ਸਮਾਰੋਹ ਆਯੋਜਿਤ ਕੀਤਾ ਗਿਆ। ਯੂਨੀਵਰਸਿਟੀ ਨੇ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ PhD ਕੋਰਸ ਪੂਰੇ ਕਰਨ ਵਾਲੇ 2018 ਅਤੇ 2019 ਬੈਚਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਪੰਜਾਬ ਦੇ ਮਾਣਯੋਗ ਰਾਜਪਾਲ VP ਸਿੰਘ ਬਦਨੌਰ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਉਹਨਾਂ ਨੇ ਕਨਵੋਕੇਸ਼ਨ ਦਾ ਭਾਸ਼ਣ ਦਿੱਤਾ ਅਤੇ ਸਫਲ ਉਮੀਦਵਾਰਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੇ ਉਪ ਕੁਲਪਤੀ ਡਾਕਟਰ ਰਾਜ ਬਹਾਦਰ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਰਾਜਪਾਲ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਵੀ ਦਿੱਤੀ। Before I start, I must say that when I was told to come here, Dr. Raj Bahadur had said there will be only 10-15 of the students that you have to give them the degrees and the gold medals. But this was a Herculean task. I think he wanted to test my sportsman because he told me, he said that he's a great sportsman. Dr. Raj Bahadur, and I can call him a doctor of mine also because he's treated me. Shri Alok Shekhar ji, IAS PS Enya. Shri Vimal Kumar Sethia ji, IAS DC Faridkot. Dr. SP Singh, Registrar. Dr. K. Gaba, Dean, Faculty of Dental Science.
it is a real honor and privilege for me to participate in this convocation of Baba Farid University of Health Sciences, Faridkot, and to speak up to an audience that includes young, fresh and talented faces. Amrita from GMC Amritsar. Recently I am Associate Professor in Shri Guru Ramdas Medical College, Amritsar. So it took me 7 years to complete my degree, and it was my aim of the life that is fulfilled. I am very, very happy and very, very happy. ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ, ਜਰਮਨਜੀਤ ਸਿੰਘ ਬੰਡਾਲਾ, ਗੁਰਬਚਨ ਸਿੰਘ ਚੱਬਾ ਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 15 ਅਗਸਤ ਆਜ਼ਾਦੀ ਦਿਵਸ ਨੂੰ ਇਸ ਵਾਰ ਅਧੂਰੀ ਆਜ਼ਾਦੀ ਵਜੋਂ ਮਨਾਏਗੀ। ਉਹਨਾਂ ਦੱਸਿਆ ਕਿ ਇਸ ਵਾਰ 15 ਅਗਸਤ ਆਜ਼ਾਦੀ ਦਿਵਸ ਨੂੰ ਅਧੂਰੀ ਆਜ਼ਾਦੀ ਮਨਾਉਂਦਿਆਂ ਇੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ ਤੇ ਲੋਕਾਂ ਦੇ ਦੋਖੀ ਰਾਜ ਪ੍ਰਬੰਧ ਦੇ ਪੁਤਲੇ ਫੂਕੇ ਜਾਣਗੇ, ਜਿਸ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ। उस मार्च विच पिंड पद्धर तो 1000 किसान मजदूर और नौजवान शामिल होणगे ते मंग करनगे कि तिन्ने काले खेती कानून रद्द किए जाण, 23 फसलों की सरकारी खरीद की गारंटी वाला MSP का कानून लागू किया जाए, बिजली सोध बिल 2020 रद्द किया जाए। हाँ जी, जिहड़ा असीं 15 अगस्त का अपना प्रोग्राम मना रहे हैं, ਉਹਦੇ ਵਿੱਚ ਬਾਗਾ ਬਾਰਡਰ ਤੋਂ ਸਵੇਰੇ 8 ਵਜੇ ਦਾ ਟਾਈਮ ਹੈ। ਹੁਣ ਕਿੰਨਾ ਕੁ ਲੇਟ ਹੁੰਦਾ, ਅਸੀਂ ਆਪਣਾ ਹਜ਼ਾਰਾਂ ਤੱਕ 10,000 ਮੋਟਰਸਾਈਕਲ ਹੋਣਗੇ। ਜਿਹੜਾ ਕਾਫਲਾ ਸ਼ਾਮ ਸਿੰਘ ਅਟਾਰੀ ਚੌਂਕ ਉਦੋਂ ਛਿਆਟੇ ਥਾਣੀ ਵਿੱਚ ਹੁੰਦਾ ਆ, ਅੰਮ੍ਰਿਤਸਰ ਲੰਘਦਾ ਹੋਇਆ ਗੋਲਡਨ ਗੇਟ ਤੇ ਅਸੀਂ ਰਾਜ ਪ੍ਰਬੰਧ ਅਰਥੀ ਫੂਕ ਮੁਜ਼ਾਹਰਾ ਕਰਕੇ ਅੱਗੇ ਜੰਡਿਆਲਾ ਗੁਰੂ ਬਿਆਸ ਤੱਕ ਜਿਹੜਾ ਵਾ ਇਹ ਤਕਰੀਬਨ ਸੈਂਕੜੇ ਕਿਲੋਮੀਟਰ ਦੇ ਨੇੜੇ ਤੇੜੇ ਦਾ ਇਹ ਮਾਰਚ ਹੋ ਜਾਊਗਾ ਸਾਡਾ। ਔਰ ਇਸ ਮਾਰਚ ਦੇ ਵਿੱਚ ਜਿਹੜੇ ਹਾਕਮ ਸਾਡੇ ਇਹ ਗੱਲਾਂ ਪਿਛਲੇ 74 ਸਾਲਾਂ ਤੋਂ ਕਹਿ ਰਹੇ ਨੇ ਵੀ ਇਹਨੂੰ ਆਜ਼ਾਦੀ ਵੱਲੋਂ ਪ੍ਰਮੋਟ ਕਰਦੇ ਨੇ ਵੀ ਆਜ਼ਾਦੀ ਦਿਹਾੜਾ ਵਾ। ਤੇ ਜਿਹੜੇ 47 ਦੇ ਵਿੱਚ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਿਆ, ਸਾਡੇ ਲੱਖਾਂ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ, ਲੱਖਾਂ ਸ਼ਹੀਦਾਂ ਦੀਆਂ ਔਰ ਦੇਸ਼ ਵਾਸੀਆਂ ਦੀਆਂ ਮਨਾਂ 'ਚ ਭਾਵਨਾ ਸੀਗਾ ਵੀ ਸਾਡਾ ਦੇਸ਼ ਹੋਊ ਔਰ ਭਾਰਤ ਇੱਕ ਕਲਿਆਣਕਾਰੀ ਸਟੇਟ ਹੋਊਗਾ। ਪਰ ਅੱਜ ਜਦੋਂ ਅਸੀਂ ਜਾ ਕੇ ਚੀਜ਼ਾਂ ਨੂੰ ਦੇਖਦੇ ਹਾਂ, ਉਹ ਅਸੀਂ ਭਾਰਤ ਨੂੰ ਉਸ ਕਿਸਮ ਦਾ ਭਾਰਤ ਨਹੀਂ ਬਣਾ ਸਕੇ ਜਿਸ ਕਿਸਮ ਦਾ ਭਾਰਤ ਹੋਣਾ ਚਾਹੀਦਾ ਸੀ। ਜਿਹੜੀਆਂ ਸਮੱਸਿਆ ਪਿੰਡਾਂ ਦਾ ਸ਼ਹਿਰਾਂ ਦੇ ਵਿੱਚ 47 ਤੋਂ ਪਹਿਲੋਂ ਸੀਗੀਆਂ, ਅੱਜ ਵੀ ਉਹੀ ਦੀਆਂ ਉਹੀ ਨੇ। ਅਸੀਂ ਫਿਰ ਇਹ ਸਮਝਦੇ ਹਾਂ ਵੀ MLA MPs ਜਾਂ ਕਾਰਪੋਰੇਟ ਘਰਾਣੇ ਤਾਂ ਆਜ਼ਾਦ ਹੋ ਗਏ, ਪਰ ਭਾਰਤ ਦਾ ਆਮ ਨਾਗਰਿਕ ਆਜ਼ਾਦ ਨਹੀਂ ਹੋ ਸਕਿਆ। ਤਾਂ ਇਸ ਕਰਕੇ ਅਸੀਂ ਨਾਅਰੇ ਦਿੱਤੇ ਸੀ ਵੀ ਕਾਰਪੋਰੇਟ ਭਜਾਓ ਤੇ ਪੂਰੀ ਆਜ਼ਾਦੀ ਪਾਓ, ਜਾਂ ਅਸੀਂ ਇਹ ਨਾਅਰੇਦਾਰ ਹਾਂ ਵੀ ਬੇਰੁਜ਼ਗਾਰੀ ਤੋਂ ਆਜ਼ਾਦੀ, ਜਾਤ ਪਾਤ ਤੋਂ ਆਜ਼ਾਦੀ, ਨਪੜਤਾ ਤੋਂ ਆਜ਼ਾਦੀ, ਜਿਨਸਾਂ ਦੇ ਸਹੀ ਮੁੱਲ ਤੋਂ ਆਜ਼ਾਦੀ। ਤੋਂ ਇਹ ਚੀਜ਼ਾਂ ਦੇ ਨਾਅਰੇ ਵੀ ਇਹ ਆਰਥਿਕ ਆਜ਼ਾਦੀ ਮਨੁੱਖ ਦੀ ਬਚੀ ਹੋਈ ਆ। ਇਸ ਕਰਕੇ ਹਾਕਮਾਂ ਦਾ ਚਿਹਰਾ ਨੰਗਾ ਕਰ ਲਈ ਐਡਾ ਵੱਡਾ ਮਾਰਚ ਕਰਾਂਗੇ ਔਰ ਦਿੱਲੀ ਅੰਦੋਲਨ ਨੂੰ ਹੋਰ ਤਿੱਖਾ ਕਰ ਲਈ, ਦਿੱਲੀ ਅੰਦੋਲਨ ਨੂੰ ਹੋਰ ਵੱਡਾ ਕਰ ਲਈ, ਮਜ਼ਬੂਤ ਕਰ ਲਈ ਵੀ ਇਹ ਜਿਹੜਾ ਮੋਟਰਸਾਈਕਲ ਮਾਰਚ 15 ਅਗਸਤ ਦਾ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਵੱਡੇ ਇਕੱਠ ਕੀਤੇ ਜਾਣਗੇ। ਅੰਮ੍ਰਿਤਸਰ ਜ਼ਿਲ੍ਹਾ ਆਪਦਾ ਮੋਟਰਸਾਈਕਲ ਮਾਰਚ ਲਾਮਿਸਾਲ ਕਰੂਗਾ ਔਰ ਇਹਦੇ ਵਿੱਚ ਅਸੀਂ ਪੂਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਾਂ ਵੀ ਉਹ ਵੱਧ ਤੋਂ ਵੱਧ ਇਹਦੇ ਵਿੱਚ ਹਾਜ਼ਰੀ ਲਵਾਉਣ ਤਗੜੇ ਹੋ ਕੇ। ਟੋਕੀਓ ਓਲੰਪਿਕ ਵਿੱਚ ਮੈਡਲ ਜਿੱਤ ਕੇ ਹਰਿਆਣਾ ਤੇ ਦੇਸ਼ ਦਾ ਸਨਮਾਨ ਵਧਾਉਣ ਵਾਲੀ ਹਰਿਆਣਵੀ ਖਿਡਾਰੀਆਂ ਨੂੰ ਰੰਗਾਰੰਗ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਖਿਡਾਰੀਆਂ ਤੇ ਪੈਸਿਆਂ ਦੀ ਬਰਸਾਤ ਹੋਈ, ਉਹਨਾਂ ਨੂੰ ਸੂਬਾ ਸਰਕਾਰ ਤੋਂ ਨੌਕਰੀਆਂ ਵੀ ਦਿੱਤੀਆਂ ਗਈਆਂ। ਮੈਡਲ ਜੇਤੂ ਖਿਡਾਰੀਆਂ ਵਿੱਚ 골ਡ ਮੈਡਲ ਲਈ ਨੀਰਜ ਚੋਪੜਾ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਨੂੰ 4 ਕਰੋੜ ਤੇ ਕਾਂਸੀ ਮੈਡਲ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੁਨੀਆ ਨੂੰ 2.5 ਕਰੋੜ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ। ਇਸ ਨਾਲ ਹੀ ਕਾਂਸੀ ਮੈਡਲ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ 2 ਖਿਡਾਰੀਆਂ ਸੁਰਿੰਦਰ ਕੁਮਾਰ ਤੇ ਸੁਮਿਤ ਨੂੰ ਵੀ 2.5 ਕਰੋੜ ਦੀ ਰਾਸ਼ੀ ਮਿਲੀ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਨਗਰ ਮੰਡੀ ਗੋਬਿੰਦਗੜ੍ਹ ਵਿਖੇ ਦੇਰ ਰਾਤ ਇੱਕ ਲੋਹਾ ਫਰਨਸ ਦੀ ਭੱਠੀ ਵਿੱਚ ਆਏ ਉਬਾਲ ਕਾਰਨ ਕਈ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਖੰਨਾ ਦੇ ਡਾਕਟਰ ਆਕਾਸ਼ ਗੋਇਲ ਦੇ ਅਨੁਸਾਰ ਹਾਦਸੇ ਦੌਰਾਨ ਜ਼ਖਮੀਆਂ ਵਿੱਚੋਂ ਕਈ ਮਜ਼ਦੂਰ 100% ਤੱਕ ਝੁਲਸ ਚੁੱਕੇ ਸਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਭੱਠੀ ਵਿੱਚ ਲੋਹਾ ਪਿਘਲਾਉਣ ਦਾ ਕੰਮ ਕਰ ਰਹੇ ਸਨ ਤਾਂ ਅਚਾਨਕ ਭੱਠੀ ਵਿੱਚ ਉਬਾਲ ਆ ਗਿਆ ਤੇ ਪਿਘਲਿਆ ਹੋਇਆ ਲੋਹਾ ਉੱਤੇ ਕੰਮ ਕਰ ਰਹੇ ਮਜ਼ਦੂਰਾਂ ਉੱਤੇ ਆ ਪਿਆ। ਇਸ ਦੌਰਾਨ ਇੱਕ ਮਜ਼ਦੂਰ ਦੀ ਮੌਤ ਦੀ ਵੀ ਖਬਰ ਮਿਲੀ ਹੈ। ਇਹ ਸਾਡੇ ਕੋਲ ਬਰਨ ਕੇਸ ਆਏ ਸੀਗੇ, ਕੋਈ ਪੰਜਾਬ ਸਟੀਲ ਮਿਲ ਹੈ ਮੰਡੀ ਗੋਬਿੰਦਗੜ੍ਹ, ਤੇ ਉੱਥੋਂ ਸਾਡੇ ਕੋਲ ਇਕੱਠੇ 7 ਕੇਸ ਆਏ ਨੇ ਬਰਨ ਦੇ,
ਤੇ ਸੀਰੀਅਸ ਸੀਗੀ ਕੰਡੀਸ਼ਨ, ਵਿੱਚੋਂ 2 ਪੇਸ਼ੈਂਟ ਫਿਰ ਵੀ ਸਟੇਬਲ ਸੀ, ਲੇਕਿਨ ਬਾਕੀ ਦੇ 5 ਜ਼ਿਆਦਾ ਸੀਰੀਅਸ ਸੀਗੇ ਜਿਹੜੇ ਸੀਗੇ ਪੇਸ਼ੈਂਟ। ਤੇ ਫਿਰ ਉਹਨਾਂ ਦਾ ਇਲਾਜ ਵਗੈਰਾ ਉਹ ਚੱਲ ਰਿਹਾ? ਹਾਂ, ਉਹਨਾਂ ਨੂੰ ਅਸੀਂ ਜਿਹੜੀ ਫਸਟ ਏਡ ਜਿਹੜੀ ਪੋਸੀਬਲ ਸੀਗੀ, ਇੰਜੈਕਸ਼ਨਸ, ਐਮਰਜੈਂਸੀ ਸਾਰਾ ਕੁਝ ਅਸੀਂ ਦੇ ਦਿੱਤਾ ਤੇ ਡਰੈਸਿੰਗਸ ਵਗੈਰਾ ਜੋ ਕਰ ਸਕਦੇ ਸੀ ਪੋਸੀਬਲ ਮੈਕਸਿਮਮ ਕਰਤਾ। ਬਾਕੀ ਅਸੀਂ ਉਹਨਾਂ ਨੂੰ ਕਿਉਂਕਿ ICU ਚਾਹੀਦਾ ਸੀਗਾ ਤਾਂ ਰਜਿੰਦਰਾ ਹਸਪੀਟਲ ਪਟਿਆਲਾ ਰਿਕਮੈਂਡ ਕੀਤਾ ਸੀਗਾ, ਬਟ ਉਹਨਾਂ ਦੇ ਜਿਹੜੇ ਫੈਕਟਰੀ ਦੇ ਓਨਰ ਸੀ ਉਹਨਾਂ ਦੀ ਰਿਕੁਐਸਟ 'ਤੇ ਉਹਨਾਂ ਨੂੰ ਹੁਣ ਫਿਰ ਅਸੀਂ DMC ਲੁਧਿਆਣਾ ਰੈਫਰ ਕੀਤਾ। ਉਹ ਕਹਿੰਦੇ ਵੀ ਬਾਕੀ ਹੋਰ ਵੀ ਕੇਸਿਸ ਸੀ ਉਹਨਾਂ ਦੇ, ਉਹ ਡਾਇਰੈਕਟ ਉਹ DMC ਲੈ ਕੇ ਗਏ ਨੇ, ਤਾਂ ਅਸੀਂ ਫਿਰ ਇਹ ਕੇਸਿਸ ਵੀ ਉਹਨਾਂ ਦੇ ਉੱਥੇ ਰੈਫਰ ਕੀਤੇ। ਤੇ ਇਸ ਨਾਲ ਹੀ ਅਜੀਤ ਖਬਰਾਂ ਦੇ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।